वाहिगुरु जी। दोहरा श्री गुर दसो स्वरूप की महिमा महान। कहत जथा मत जेसो कव पटत सुनत दुख हान। सतनाम श्री वाहिगुरु साहिब जीओ। छाई जाती एकता अनेकता बिलाए जाती। होबती कुचीलता कतेबन कुरान की। पाप ही परपक जाते धर्म तसक जाते। वर्ण गरक जाते सहत विधान की। देवी देव देहोरे संतोख सिंह दूर होते। रीत मिट जाती कथा वेदन पुराण की। श्री गुरु गोबिंद सिंह पावन परम सूर। मूर्त न होती जो पै करुणा निधान की। एकंकारा सतगुरु तेह प्रसाद सच होए। वाहिगुरु जी की फतेह विघ्न विनाशन। वाहिगुरु जी की फतेह विघ्न विनाशन सोए। वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा साध संगत जी, जितने भी आप माई पाई नेमी प्रेमी दूरों नेड़ियों चल करके महापुरखों की पावन पवित्र अस्थान अथवा गुरु बाबा जियां दी सचखंड दरबार दे विच पहुँचे हो। सब सतगुरां दे चरनां दे विच हाजरियां लवाउण दे वास्ते चित बिरती नूं बाहरों इकागर करन दी खेचल करो। धन धन साहिब श्री गुरु गोबिंद सिंह जी महाराज जियां दी पावन पवित्र कथा चल रही है। पिछले प्रकरण दे विच असीं यह विचार सरवण कीती कि धन धन साहिब श्री गुरु गोबिंद सिंह जी महाराज जियां दे दरबार दे विच 52 कवि रहा करते सन। जो 52 कवि सन, भावें इन्हां दी गिनती समय के अनुसार वधदी घटदी रहिंदी सी। कई बार 2-4 कवि होर आ जाते, कई बार 2-4 चले जाते, पर ज़्यादातर तकरीबन गुरु महाराज जियां दे दरबार दे विच 52 कवि गिने जाते सन। 52 कवियां दे नाम सन। तां ये कवि जो गुरु के दरबार दे विच आउंदे ते अपनी छंदाबंदी दे विच गुरु का बड़ा सोहना जस कथन करदे, रचना करदे ते गुरु कियां खुशियां प्राप्त करदे ते गुरु महाराज जी इन्हां नूं बहुत धन दी भी बख्शिश करदे। बहुत सारे कवि ऐसे हुंदे जो बड़े सोहणे ढंग दे नाल अपनी कविता दी रचना करदे ते गुरु के दरबार दे विचों अपार धन दी बख्शिश प्राप्त कर लैंदे। सतगुरां दियां बड़ियां खुशियां हुंदियां। इन्हां कवियां ने जो गुरु महाराज जियां दा जस अपनी छंदाबंदी दे विच वर्णन किया। धन गुरु गोबिंद सिंह जी महाराज जियां ने एक दफ़ा इन्हां दे लिखे हुए कागज वो तुलवाउणा कीते ते जिन्हां दा भार 1.25 मन दा हो जाता है। 1.25 मन का भार होया। इन्हां दियां कवियां दियां जो लिखतां सन वो भी बरीक
ਅੱਖਰਾਂ ਦੇ ਵਿੱਚ ਇਹ ਲਿਖਤਾਂ ਸਨ। ਤਾਂ ਗੁਰੂ ਮਹਾਰਾਜ ਜੀਆਂ ਨੇ ਬੜੀ ਪ੍ਰੀਤੀ ਦੇ ਨਾਲ, ਪਿਆਰ ਦੇ ਨਾਲ ਇਸ ਗ੍ਰੰਥ ਦਾ ਨਾਮ ਵਿਦਿਆਧਰ ਨਾਮ ਕਰਕੇ ਗ੍ਰੰਥ ਰੱਖਿਆ। ਵਿਦਿਆਧਰ ਨਾਮ ਰੱਖਿਆ ਇਸ ਗ੍ਰੰਥ ਦਾ। ਸਤਿਗੁਰੂ ਮਹਾਰਾਜ ਜੀਆਂ ਨੇ ਬੜੇ ਖੁਸ਼ ਹੋ ਕੇ, ਪ੍ਰਸੰਨ ਹੋ ਕੇ, ਫਿਰ ਜਿਸ ਟਾਈਮ ਗੁਰੂ ਮਹਾਰਾਜ ਅਤੇ ਤੁਰਕਾਂ ਤੇ ਪਹਾੜੀਆਂ ਦੇ ਵਿੱਚ ਵੱਡਾ ਜੰਗ ਹੋਇਆ, ਤੁਰਕਾਂ ਅਤੇ ਪਹਾੜੀਆਂ ਨੇ ਮਿਲ ਕੇ ਸਤਿਗੁਰੂ ਮਹਾਰਾਜ ਜੀਆਂ ਨਾਲ ਸ਼੍ਰੀ ਅਨੰਦਪੁਰ ਸਾਹਿਬ ਦਾ ਵੱਡਾ ਜੰਗ ਰਚਿਆ। ਉਸ ਜੰਗ ਦੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਆ ਗਏ ਸਨ। ਤਾਂ ਇਹ ਜੋ ਵਿਦਿਆਧਰ ਨਾਮ ਦਾ ਗ੍ਰੰਥ ਸੀ, ਇਹ ਵੀ ਉਸ ਟਾਈਮ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੀ ਰਹਿ ਜਾਂਦਾ ਹੈ। ਤਾਂ ਬਾਅਦ ਦੇ ਵਿੱਚ ਇਹਨਾਂ ਦੁਸ਼ਟਾਂ ਪਹਾੜੀਆਂ ਤੁਰਕਾਂ ਦੇ ਹੱਥ ਇਹ ਗ੍ਰੰਥ ਲੱਗ ਜਾਂਦਾ ਹੈ। ਤਾਂ ਇਹ ਇਸ ਗ੍ਰੰਥ ਨੂੰ ਬਿਖੇਰ ਦਿੰਦੀ ਹੈ, ਇਸ ਦੇ ਪੱਤਰੇ ਪੱਤਰੇ ਵੱਖ-ਵੱਖ ਕਰ ਦਿੰਦੀ ਹੈ, ਇਸ ਨੂੰ ਖਤਮ ਕਰ ਦਿੰਦੀ ਹੈ। ਤਾਂ ਉਸ ਟਾਈਮ ਦਾ ਇਹ ਗ੍ਰੰਥ ਹੱਥ ਤੋਂ ਖੁੱਸਿਆ ਹੋਇਆ ਦੁਬਾਰਾ ਹੱਥ ਨਹੀਂ ਲੱਗਿਆ, ਪਰ ਕਿਸੇ ਨੀਅਤ ਦੇ ਨਾਲ ਇਸ ਗ੍ਰੰਥ ਦੇ 62 ਪੱਤਰੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੀ ਰਹਿ ਗਏ ਸਨ, ਜੋ ਬਾਅਦ ਦੇ ਵਿੱਚ ਗੁਰਸਿੱਖਾਂ ਦੇ ਹੱਥ ਲੱਗ ਜਾਂਦੇ ਹਨ। 62 ਅੰਗ ਵਿਦਿਆਧਰ ਨਾਮ ਗ੍ਰੰਥ ਦੇ ਇਹ ਬਾਅਦ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਗੁਰਸਿੱਖਾਂ ਦੇ ਹੱਥ ਲੱਗੇ। ਤਾਂ ਜਿਨ੍ਹਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਅਪਾਰ ਜਸ ਛੰਦਾਬੰਦੀ ਦੇ ਵਿੱਚ ਕਥਨ ਕੀਤਾ ਹੋਇਆ ਸੀ, ਉਹਨਾਂ ਹੀ ਕਵਿੱਤ ਸਵਈਆਂ ਨੂੰ ਕਵੀ ਸੰਤੋਖ ਸਿੰਘ ਜੀਆਂ ਨੇ ਇਸ ਗ੍ਰੰਥ ਸੂਰਜ ਪ੍ਰਕਾਸ਼ ਦੇ ਵਿੱਚ ਅੰਕਿਤ ਕੀਤਾ ਹੈ, ਲਿਖਣਾ ਕੀਤਾ ਹੈ, ਜੋ ਕਈ ਦਿਨਾਂ ਤੋਂ ਆਪਾਂ ਇਹ ਕਵੀਆਂ ਦੇ ਕਵਿੱਤ ਸਵਈਆਂ ਦੀ ਕਥਾ ਸਰਵਣ ਕਰ ਰਹੇ ਹਾਂ। ਇਹਨਾਂ ਦੇ ਵਿੱਚੋਂ ਇੱਕ ਕਵੀ ਨੇ ਇਸ ਤਰ੍ਹਾਂ ਦਾ ਕਵਿੱਤ ਲਿਖਿਆ, ਜਿਸ ਦੇ ਅਰਥ ਇਹ ਸਨ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਰੋਜ਼ਾਨਾ ਹੀ ਆਨੰਦ ਦਾ ਬਾਜਾ ਵੱਜਦਾ ਹੈ, ਔਰ ਜਿਸ ਨੂੰ ਸੁਣ ਸੁਣ ਕੇ ਪਹਾੜੀ ਰਾਜਿਆਂ ਦੀ ਸੁਰਤ ਭੁੱਲ ਜਾਂਦੀ ਹੈ। ਫਿਰ ਇਹ ਵੀ ਲਿਖਿਆ ਕਿ ਦਰਗਾਹ ਤੋਂ ਹੀ ਗੁਰੂ ਮਹਾਰਾਜ ਜੀਆਂ ਨੂੰ ਫਤਿਹ ਦੀ ਨਿਸ਼ਾਨੀ ਇਹ ਮਿਲੀ ਹੋਈ ਸੀ, ਜੋ ਗੁਰੂ ਕੇ ਦਰਬਾਰ ਦੇ ਅੱਗੇ ਮੇਨ ਦਰਵਾਜ਼ੇ 'ਤੇ ਹਰ ਟਾਈਮ ਇਹ ਨਗਾਰੇ ਵੱਜਦੇ ਹੀ ਰਹਿੰਦੇ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀਆਂ ਦਾ ਰਣਜੀਤ ਨਗਾਰਾ, ਜਿਸ ਨੂੰ ਸੁਣ ਸੁਣ ਕੇ ਪਹਾੜੀ ਰਾਜੇ ਘਬਰਾਉਂਦੇ ਅਤੇ ਇਹਨਾਂ ਦੀ ਦਿਨ ਅਤੇ ਰਾਤਾਂ ਦੀ ਨੀਂਦ ਉੱਡ ਜਾਂਦੀ। ਤਾਂ ਇੱਕ ਮੰਗਲ ਨਾਮੇ ਕਵੀ ਲਿਖਣਾ ਕਰਦਾ ਹੈ ਕਿ ਪੂਰਨ ਪੁਰਖ ਦਾ ਅਵਤਾਰ ਹੋ ਆਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀਆਂ ਦਾ ਜਸ ਲੋਕ ਅਤੇ ਪਰਲੋਕ ਦੇ ਵਿੱਚ ਹੈ, ਆਪ ਜੀਆਂ ਦਾ ਨਾਮ ਅਬਿਨਾਸੀ ਹੈ। ਫਿਰ ਇਹ ਲਿਖਣਾ ਕਰਦੇ ਹਨ ਕਿ ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਇਹ ਬੰਦਨਾ ਦੇ ਯੋਗ ਹਨ, ਨਮਸਕਾਰ ਕਰਨ ਯੋਗ ਹਨ, ਔਰ ਜਿਨ੍ਹਾਂ ਦੇ ਦਰਬਾਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਨਸਾ ਧਾਰ ਕੇ, ਇੱਛਾ ਧਾਰ ਕੇ ਆਇਆ ਤਾਂ ਉਸੇ ਦੀ ਇੱਛਾ ਮਨਸਾ ਗੁਰੂ ਕੇ ਦਰਬਾਰ ਦੇ ਵਿੱਚੋਂ ਪੂਰਨ ਹੋ ਜਾਂਦੀ। ਫਿਰ ਮੰਗਲ ਕਵੀ ਅੱਗੇ ਲਿਖਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਆਨੰਦ ਦੇ ਦਾਤੇ ਹਨ। ਜੇ ਕੋਈ ਆਨੰਦ ਚਾਹੁੰਦਾ ਹੈ ਤਾਂ ਉਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਸ਼ਰਨ ਦੇ ਵਿੱਚ ਪੈ ਜਾਵੇ। ਅੱਗੇ ਕਵੀ ਜੀ ਲਿਖਦੇ ਹਨ ਕਿ ਜੇਕਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਇਸ ਦੁਨੀਆ, ਇਸ ਧਰਤੀ 'ਤੇ ਪ੍ਰਗਟ ਨਾ ਹੋਣਾ ਹੁੰਦਾ ਤਾਂ ਇਸ ਦੁਨੀਆ ਦੀ, ਇਸ ਦੇਸ਼ ਦੀ ਰੂਪ ਰੇਖਾ ਹੀ ਕੁਝ ਹੋਰ ਹੋ ਜਾਣੀ ਸੀ। ਜੋ ਇੱਕ ਕਵਿਤ ਦੇ ਵਿੱਚ ਲਿਖਦੇ ਹਨ,
ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕਰਾਨ ਕੀ। ਜਿਸ ਦੇ ਅਰਥ ਹਨ ਕਿ ਫਿਰ ਏਕਤਾ ਛਾਏ ਜਾਤੀ ਏਕਤਾ, ਸਾਰੇ ਦੇਸ਼ ਭਰ ਦੇ ਵਿੱਚ ਏਕਤਾ ਹੀ ਛਾ ਜਾਣੀ ਸੀ। ਜਾਣੇ ਇੱਕੋ ਇੱਕ ਮੁਸਲਮਾਨੀ ਧਰਮ ਦਾ, ਇਸਲਾਮ ਧਰਮ ਦਾ ਹੀ ਬੋਲਬਾਲਾ ਹੋ ਜਾਣਾ ਸੀ। ਅਨੇਕਤਾ ਬਿਲਾਈ ਜਾਤੀ, ਅਨੇਕਤਾ ਖਤਮ ਹੋ ਜਾਣੀ ਸੀ। ਜੋ ਇਸ ਦੇਸ਼ ਦੇ ਵਿੱਚ ਭਾਂਤ ਭਾਂਤ ਦੇ ਧਰਮ ਹਨ, ਮਜ਼ਹਬ ਹਨ, ਔਰ ਬਹੁਤ ਸਾਰੇ ਅੱਡੋ ਅੱਡ ਦੇ ਆਪੋ ਆਪਣੇ ਰੀਤੀ ਰਿਵਾਜ਼ਾਂ ਦੇ ਅਨੁਸਾਰ ਚੱਲਦਾ ਹੈ। ਇਹ ਤੇ ਔਰੰਗਜ਼ੇਬ ਤਾਂ ਦੁਸ਼ਟ ਬਾਦਸ਼ਾਹ ਨੇ ਸਾਰੇ ਖਤਮ ਕਰ ਦੇਣੇ ਸੀ। ਜਿੱਥੇ ਕਿਤੇ ਜ਼ੋਰਾਵਰੀ ਆਪਣੀ ਤਾਕਤ ਦੇ ਨਾਲ ਸਾਰੇ ਦੇ ਸਾਰੇ ਮੁਸਲਮਾਨ ਕਰ ਲੈਣੇ ਸੀ। ਜੇਕਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਦੁਨੀਆ 'ਤੇ ਨਾ ਪ੍ਰਗਟ ਹੁੰਦੇ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਸਾਰੇ ਕਿਤੇ ਹੀ ਕੁਰਾਨ ਆਦਿ ਮੁਸਲਮਾਨੀ ਗ੍ਰੰਥਾਂ ਦਾ ਬੋਲਬਾਲਾ ਹੋਣਾ ਸੀ। ਉਹਨਾਂ ਦੀ ਸਿੱਖਿਆ ਹੀ ਕੇਵਲ ਇਸ ਦੁਨੀਆ 'ਤੇ ਰਹਿ ਜਾਣੀ ਸੀ। ਫਿਰ ਹੋਰ ਕੀ ਹੋਣਾ ਸੀ? ਅੱਗੇ ਲਿਖਦੇ ਹਨ, ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ। ਔਰ ਇਸ ਤਰ੍ਹਾਂ ਦੀ ਜਗਤ ਦੀ ਰੂਪ ਰੇਖਾ ਹੋ ਜਾਣੀ ਸੀ ਕਿ ਦੁਨੀਆ ਦੇ ਵਿੱਚ ਪਾਪ ਹੀ ਪਰਪੱਕ ਹੋ ਜਾਂਦੇ, ਧਰਮ ਖਤਮ ਹੋ ਜਾਂਦੇ, ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ। ਵਿਧੀਆਂ ਦੇ ਸਹਿਤ ਸਾਰੇ ਵਰਨ ਆਦਿ ਖਤਮ ਹੋ ਜਾਣੇ ਸੀ, ਮਿਟ ਜਾਣੇ ਸੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ। ਫਿਰ ਇਸ ਦੁਨੀਆ 'ਤੇ ਸੰਸਾਰ 'ਤੇ ਜਿੰਨੇ ਵੀ ਦੇਵੀ ਦੇਵਤਿਆਂ ਦੇ ਮੰਦਰ ਆਦਿ ਬਣੇ ਹੋਏ ਹਨ ਨਾ, ਸਾਰੇ ਦੇ ਸਾਰੇ ਮਿਟਾ ਕੇ ਤੇ ਮਸੀਤਾਂ ਬਣਾ ਦੇਣੀਆਂ ਸੀ ਔਰੰਗਜ਼ੇਬ ਬਾਦਸ਼ਾਹ ਨੇ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ। ਸੰਤੋਖ ਸਿੰਘ ਜੀ ਕਵੀ ਕਹਿੰਦੇ ਹਨ ਕਿ ਇਸ ਦੁਨੀਆ ਤੋਂ ਦੇਵੀ ਦੇਵਤਿਆਂ ਦੇ ਦੇਹੁਰੇ ਮੰਦਰ ਉਹ ਸਾਰੇ ਦੇ ਸਾਰੇ ਖਤਮ ਹੋ ਜਾਣੇ ਸੀ। ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ। ਵੇਦਾਂ ਪੁਰਾਣਾਂ ਦੀ ਕਥਾ ਦੀ ਰੀਤੀ ਜੋ ਅਨਾਦਿ ਕਾਲ ਤੋਂ ਚਲੀ ਆਉਂਦੀ ਹੈ, ਇਹ ਸਾਰੀ ਦੀ ਸਾਰੀ ਖਤਮ ਹੋ ਜਾਣੀ ਸੀ। ਔਰ ਵੇਦਾਂ ਪੁਰਾਣਾਂ ਦੀ ਕਥਾ ਵਿਚਾਰ ਇਹ ਕਿਸੇ ਨੂੰ ਸੁਣਨ ਦੇ ਵਾਸਤੇ ਨਹੀਂ ਮਿਲਣੀ ਸੀ। ਇਹ ਕਿਸ ਤਰ੍ਹਾਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇਕਰ ਕਿਰਪਾ ਦੇ ਖਜ਼ਾਨੇ ਮਹਾਬਲੀ ਜੋਧੇ ਸੂਰਮੇ ਮਹਾਨ ਸ਼ਕਤੀਵਾਨ ਸਰਬ ਕਲਾ ਸਮਰੱਥ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਦੁਨੀਆ 'ਤੇ ਨਾ ਪ੍ਰਗਟ ਹੁੰਦੇ, ਇਸ ਤਰ੍ਹਾਂ ਦੀ ਜਗਤ ਦੀ ਹਾਲਤ ਹੋ ਜਾਣੀ ਸੀ। ਇਤਿਹਾਦਕ ਪ੍ਰਸੰਗ ਪਿੱਛੇ ਆਇਆ ਅੱਗੇ। ਜਿਸ ਪ੍ਰਕਾਰ ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ। ਦੋਹਰਾ ਸ੍ਰੀ ਗੁਰ ਦਸੋਂ ਸਰੂਪ ਕੀ ਮਹਿਮਾ ਮਹਾ ਮਹਾਨ। ਅੱਗੇ ਕਵੀ ਜੀ ਕਹਿੰਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਜੋ 10 ਜਾਮੇ 10 ਸਰੂਪ ਧਾਰਨ ਕੀਤੇ, ਇਨੇ 10 ਹੀ ਸਰੂਪਾਂ ਦੀ ਮਹਿਮਾ ਬੜੀ ਮਹਾਨ ਹੈ। ਕਹਿਤ ਜਥਾ ਮਤ ਜੇ ਸੋ ਕਵ ਪਟਦ ਸੁਨਤ ਦੁਖ ਹਾਨ। ਅੱਗੇ ਕਵੀ ਜੀ ਲਿਖਦੇ ਹਨ ਕਿ ਕੋਈ ਵੀ ਕਵੀ ਗੁਰੂ ਮਹਾਰਾਜ ਜੀਆਂ ਦੀ ਮਹਿਮਾ, ਗੁਰੂ ਮਹਾਰਾਜ ਜੀਆਂ ਦਾ ਜਸ ਕਿਸੇ ਵੀ ਤਰ੍ਹਾਂ ਆਪਣੀ ਛੰਦਾਬੰਦੀ ਦੇ ਵਿੱਚ ਕਰਦਾ ਹੈ ਨਾ, ਉਸ ਜਸ ਨੂੰ ਕਰਨ ਵਾਲਾ ਅਤੇ ਸੁਣਨ ਵਾਲਾ ਦੋਨਾਂ ਦੇ ਹੀ ਦੁਖੜੇ ਇਸ ਲੋਕ ਪਰਲੋਕ ਦੇ ਖਤਮ ਹੋ ਜਾਂਦੇ ਹਨ। ਸੀਪਨਾ ਸਿੰਧ ਉਲੀਚੀਏ ਰਾਜ ਕਨ ਗਿਨੇ ਨਾ ਜਾਏ। ਜਿਸ ਤਰ੍ਹਾਂ ਇੱਕ ਛਿੱਪੀ ਦੇ ਨਾਲ ਬਹੁਤ ਵਿਸ਼ਾਲ ਸਮੁੰਦਰ ਨੂੰ ਨਾਪਿਆ ਨਹੀਂ ਜਾਂਦਾ, ਮਿਣਿਆ ਤੋਲਿਆ ਨਹੀਂ ਜਾਂਦਾ, ਔਰ ਇਸੇ ਤਰ੍ਹਾਂ ਗੁਰੂ ਮਹਾਰਾਜ ਜੀਆਂ ਦਾ ਜਸ
ਕਥਨ ਤੋਂ ਪਰੇ ਦੀ ਬਾਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਕੀ ਮਹਿਮਾ ਪਾਰ ਨਾ ਪਾਏ। ਔਰ ਦੂਸਰੀ ਗੱਲ, ਜਿਸ ਤਰ੍ਹਾਂ ਇਸ ਧੂੜੀ ਦੇ ਰੇਤੇ ਦੇ ਕਣ ਉਹ ਕਿਸੇ ਵੀ ਤਰ੍ਹਾਂ ਗਿਣਤੀ ਮਿੰਤੀ ਦੇ ਵਿੱਚ ਨਹੀਂ ਆ ਸਕਦੇ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਮਹਿਮਾ ਇਸ ਤਰ੍ਹਾਂ ਕਥਨ ਤੋਂ ਪਰੇ ਹੈ, ਜਾਣੇ ਅਕਥ ਹੈ। ਬਾਛਤ ਸੁਖ ਪਰਲੋਕ ਜੇ ਸੁਭਗਨ ਸੁਨ ਲੈ ਤਾਰ। ਹੁਣ ਜਿਹੜਾ ਲੋਕ ਅਤੇ ਪਰਲੋਕ ਦੇ ਸੁਖ ਚਾਹੁੰਦਾ ਹੈ ਨਾ, ਉਹ ਗੁਰੂ ਮਹਾਰਾਜ ਜੀਆਂ ਦੀ ਕਥਾ ਨੂੰ ਸਰਵਣ ਕਰਕੇ ਸੁਣ ਕੇ ਗੁਰੂ ਕਾ ਜਸ ਆਪਣੇ ਹਿਰਦੇ ਦੇ ਵਿੱਚ ਵਸਾਵੇ, ਤਾਂ ਤੇ ਗੁਰੂ ਕਾ ਜਸ ਹਿਰਦੇ ਦੇ ਵਿੱਚ ਵਸ ਜਾਵੇਗਾ ਤੇ ਇਸ ਦੇ ਹਿਰਦੇ ਦੇ ਵਿੱਚ ਸ਼ੁਭ ਗੁਣ ਆਪਣੇ ਆਪ ਆ ਜਾਣਗੇ। ਜੇਕਰ ਗੁਰੂ ਮਹਾਰਾਜ ਜੀਆਂ ਦਾ ਜਸ ਆਪਾਂ ਸੁਣਿਆ, ਉਹ ਆਪਣੇ ਹਿਰਦੇ ਦੇ ਤੱਕ ਪਹੁੰਚ ਜਾਵੇਗਾ, ਹਿਰਦੇ ਦੇ ਵਿੱਚ ਵਸ ਜਾਵੇਗਾ। ਸਤਿਗੁਰਾਂ ਦਾ ਜਸ ਹਿਰਦੇ ਦੇ ਵਿੱਚ ਵਸ ਗਿਆ ਤੇ ਸ਼ੁਭ ਗੁਣ, ਸ਼੍ਰੇਸ਼ਟ ਗੁਣ ਉਹ ਆਪਣੇ ਆਪ ਪ੍ਰਗਟ ਹੋ ਜਾਣਗੇ, ਤਾਂ ਤੇ ਲੋਕ ਪਰਲੋਕ ਦੇ ਵਿੱਚ ਇਹ ਮੁਕਤੀ ਦਾ ਚਾਹਵਾਨ ਹੁੰਦਾ ਹੋਇਆ ਮੁਕਤੀ ਨੂੰ ਪ੍ਰਾਪਤ ਕਰ ਲਵੇਗਾ। ਤਿਨ ਪ੍ਰਸੰਨ ਹਿਤ ਗੁਰ ਕਥਾ ਮੈਂ ਬਰਨੀ ਵਿਸਤਾਰ। ਫੇਰ ਕਵੀ ਜੀ ਕਹਿੰਦੇ ਕਿ ਉਹ ਸਰੋਤੇ ਜਨਾਂ ਦੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਕਾ ਜਸ ਸੁਣਨ ਦੀ ਇੱਛਾ ਹੈ, ਚਾਹਵਾਨ ਹੈ, ਉਹਨਾਂ ਦੇ ਵਾਸਤੇ ਮੈਂ ਗੁਰੂ ਮਹਾਰਾਜ ਜੀਆਂ ਦਾ ਜਸ ਛੰਦਾਬੰਦੀ ਦੇ ਵਿੱਚ ਅੰਕਿਤ ਕੀਤਾ ਹੈ। ਮਹਿਕ ਕੋਲ ਖਰ ਸਵਾਨ ਮਿਲ ਚਾਹੇ ਮਲਨ ਕਰ ਗੰਗ। ਔਰ ਇਹ ਕਵੀ ਜੀ ਕਹਿੰਦੇ ਹਨ, ਜਿਸ ਤਰ੍ਹਾਂ ਗੰਗਾ ਨੂੰ ਮੈਲਾ ਕਰਨ ਦੇ ਵਾਸਤੇ ਬਹੁਤ ਸਾਰੇ ਪਸ਼ੂ, ਮੱਝਾਂ ਆਦਿ, ਸੂਰ ਆਦਿ ਅਤੇ ਹੋਰ ਕੁੱਤੇ ਆਦਿ, ਇਸ ਤਰ੍ਹਾਂ ਦੇ ਬਹੁਤ ਸਾਰੇ ਜਾਨਵਰ ਉਹ ਗੰਗਾ ਨੂੰ ਮੈਲਾ ਕਰਨਾ ਚਾਹੁੰਦੇ ਹੋਣ, ਪਰ ਕਿਸੇ ਵੀ ਤਰ੍ਹਾਂ ਉਹ ਗੰਗਾ ਨੂੰ ਗੰਧਲਾ ਜਾਂ ਮੈਲਾ ਨਹੀਂ ਕਰ ਸਕਦੇ। ਤਿਮ ਬਾਦੀ ਗੁਰ ਕਥਾ ਕੋ ਚਲੇ ਨਾ ਬਸ ਕੁਛ ਸੰਗ। ਇਸੇ ਤਰ੍ਹਾਂ ਜੋ ਵਾਦ ਵਿਵਾਦ ਕਰਨ ਵਾਲੇ ਹਨ, ਗੁਰੂ ਮਹਾਰਾਜ ਜੀਆਂ ਦੀ ਕਥਾ ਦੇ ਵਿੱਚ ਵਾਦ ਵਿਵਾਦ ਕਰਨ ਵਾਲੇ ਹਨ, ਕਥਾ ਦੇ ਉੱਪਰ ਝਗੜਾ ਕਰਨ ਵਾਲੇ ਹਨ, ਉਹ ਭਾਵੇਂ ਜਿੰਨਾ ਵੀ ਜ਼ੋਰ ਲਾ ਲੈਣ ਇਸ ਕਥਾ ਨੂੰ ਮੈਲੀ ਕਰਨ ਦੇ ਵਾਸਤੇ, ਉਹ ਵੀ ਇਸ ਕਥਾ ਨੂੰ ਕਦੇ ਮੈਲੀ ਗੰਧਲੀ ਨਹੀਂ ਕਰ ਸਕਦੇ। ਪਰ ਗੁਣ ਨਹੀਂ ਸਰਾਏ ਤੇ ਆਪਣੇ ਮੇ ਗੁਣ ਨਾਹੇ। ਬਹੁਤ ਸਾਰੇ ਐਸੇ ਲੋਕ ਹੁੰਦੇ ਹਨ ਜੋ ਜਿੱਥੇ ਗੁਰੂ ਮਹਾਰਾਜ ਜੀਆਂ ਦਾ ਜਸ ਹੁੰਦਾ ਹੋਵੇ ਨਾ, ਉਹ ਸਤਿਗੁਰਾਂ ਦਾ ਜਸ ਸਰਵਣ ਨਹੀਂ ਕਰਨਾ ਚਾਹੁੰਦੇ, ਜਾਂ ਸੁਣ ਕੇ ਉਹ ਆਪਣੇ ਮਨ ਦੇ ਵਿੱਚ ਤਰਕ ਆਦਿ ਪੈਦਾ ਕਰਦੇ ਹਨ, ਵਾਦ ਵਿਵਾਦ ਖੜਾ ਕਰ ਲੈਂਦੇ ਹਨ। ਤਾਂ ਗੁਰੂ ਮਹਾਰਾਜ ਜੀਆਂ ਦਾ ਜਸ ਸੁਣ ਕੇ ਜੋ ਵਾਦ ਵਿਵਾਦ ਖੜਾ ਕਰਨ ਵਾਲੇ ਹਨ ਨਾ, ਇਸ ਤਰ੍ਹਾਂ ਦਾ ਝਗੜਾ ਪਾਉਣ ਵਾਲੇ ਹਨ, ਉਹਨਾਂ ਦੇ ਵਾਸਤੇ ਕਵੀ ਜੀ ਅੰਕਿਤ ਕਰਦੇ ਹਨ ਕਿ ਉਹ ਆਪ ਤੇ ਉਹਨਾਂ ਦੇ ਵਿੱਚ ਕੋਈ ਸ਼ੁਭ ਗੁਣ ਪ੍ਰਗਟ ਨਹੀਂ ਹੁੰਦਾ, ਔਰ ਉਹ ਉਲਟਾ ਨਰਕਾਂ ਦੇ ਅਧਿਕਾਰੀ ਬਣ ਜਾਂਦੇ ਹਨ। ਇਹਾਂ ਤਪੇ ਚਿਤ ਦੁਖ ਲਹਿ ਮਰੇ ਨਰਕ ਮੈਂ ਪਾਏ। ਜਿਹੜੇ ਸਤਿਗੁਰਾਂ ਦਾ ਜਸ ਸੁਣ ਕੇ ਵਾਦ ਵਿਵਾਦ ਸ਼ੁਰੂ ਕਰ ਦਿੰਦੇ ਹਨ, ਝਗੜਾ ਸ਼ੁਰੂ ਕਰ ਦਿੰਦੇ ਹਨ, ਉਹ ਇਸ ਦੁਨੀਆ ਦੇ ਵਿੱਚ ਮਨ ਕਰਕੇ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਗੁਰੂ ਦਾ ਜਸ ਹੈ ਜੋ ਉਹ ਸਾਧ ਸੰਗਤ ਇਸ ਜੀਵ ਨੂੰ ਸੁਖ ਦੇਣ ਵਾਲਾ ਹੈ, ਮੁਕਤੀ ਦੇਣ ਵਾਲਾ ਹੈ। ਸਤਿਗੁਰੂ ਕਹਿੰਦੇ, ਜਿਸ ਕਾ ਜਾਸ ਸੁਣਤ ਭਵ ਤਰੀਐ ਤਾਂ ਸਿਉ ਰੰਗ ਨਾ ਲਾਵਸਰੇ, ਥੋਰੀ ਬਾਤ ਅਲਪ ਸੁਪਨੇ ਕੀ ਬਹੁਰ ਬਹੁਰ ਅਟਕਾਵਸਰੇ। ਜਿਸ ਕਾ ਜਾਸ ਸੁਣਤ ਭਵ ਤਰੀਐ, ਜਿਸ ਗੁਰੂ ਦਾ ਜਸ ਸੁਣ ਕੇ ਇਸ ਭਵਜਲ ਤੋਂ ਪਾਰ ਹੋਣਾ ਹੈ, ਉਹ ਉਸ ਗੁਰੂ ਦਾ ਜਸ ਸੁਣ ਕੇ ਉਲਟਾ ਵਾਦ ਵਿਵਾਦ ਜਿਹੜਾ ਸ਼ੁਰੂ ਕਰ ਦਿੰਦੇ ਹਨ, ਉਹਨਾਂ ਨੂੰ ਸਾਧ ਸੰਗਤ ਮਨ ਦੀ ਸ਼ਾਂਤੀ ਸੁਖ ਪ੍ਰਾਪਤ ਨਹੀਂ ਹੁੰਦਾ, ਉਲਟਾ ਨਰਕਾਂ ਦੇ ਭਾਗੀ ਬਣ ਜਾਂਦੇ ਹਨ। ਰੁਤ ਪੂਰਨ ਅਵ ਪੰਚਮੀ ਕਵੀ ਸੰਤੋਖ ਸਿੰਘ ਕੀਨ। ਜੋ ਕਵੀ ਸੰਤੋਖ ਸਿੰਘ ਜੀਆਂ ਨੇ ਇਹ ਸੂਰਜ ਪ੍ਰਕਾਸ਼ ਨਾਮੇ ਗ੍ਰੰਥ ਲਿਖਣਾ ਕੀਤਾ, ਇਸ ਸਥਾਨ ਤੇ ਕਵੀ ਜੀ ਕਹਿੰਦੇ, ਮੈਂ ਪੰਜਵੀਂ ਰੁੱਤ ਦੀ ਸੰਪੂਰਨਤਾ ਕਰਦਾ ਹਾਂ, ਸਮਾਪਤੀ ਕਰਦਾ ਹਾਂ। ਜੋ ਗੁਰੂ ਮਹਾਰਾਜ ਜੀਆਂ ਨੇ ਇੱਥੋਂ ਤੱਕ
ਆਪਣੀ ਮਿਹਰ ਦੇ ਨਾਲ ਇਹ ਕਥਾ ਲਿਖਵਾ ਲਈ ਹੈ। ਗੁਰ ਜਸ ਕਵਿਨ ਕਬਿਤ ਇਹ ਖੋਜ ਖੋਜ ਲਿਖ ਦੀਨ। ਫੇਰ ਕਵੀ ਜੀ ਕਹਿੰਦੇ ਕਿ ਗੁਰੂ ਦਾ ਜਸ ਮੈਂ ਥਾਂ ਥਾਂ ਤੋਂ ਖੋਜ ਕੇ ਪ੍ਰਾਪਤ ਕਰਕੇ ਛੰਦਾਬੰਦੀ ਦੇ ਵਿੱਚ ਲਿਖਣਾ ਕੀਤਾ ਹੈ। ਪਟਹੁ ਸੁਨੋ ਸ਼ਰਧਾ ਤਰੋ ਹਰੋ ਪਰਮ ਕਰ ਪ੍ਰੇਮ। ਫਿਰ ਸਰੋਤੇ ਜਨਾਂ ਨੂੰ ਕਵੀ ਜੀ ਇਹ ਸੰਦੇਸ਼ ਦਿੰਦੇ ਹਨ, ਕਹਿੰਦੇ ਹਨ ਕਿ ਗੁਰੂ ਮਹਾਰਾਜ ਜੀਆਂ ਦੀ ਕਥਾ ਬੜੇ ਪਿਆਰ ਦੇ ਨਾਲ ਪੜ੍ਹੋ ਅਤੇ ਸਰਵਣ ਕਰੋ। ਪਰਹੁ ਸੁਮਗ ਸਿਮਰਨ ਕਰੋ ਲਹੋ ਸੁਗਮ ਹੀ ਛੇਮ। ਜੋ ਸਰੋਤੇ ਜਨਾਂ ਨੂੰ ਬੜਾ ਸੁਖ ਦੇਣ ਵਾਲੀ ਗੁਰੂ ਦੀ ਕਥਾ ਹੈ, ਇਸ ਨੂੰ ਪਿਆਰ ਦੇ ਨਾਲ ਸਰਵਣ ਕਰਾਂਗੇ ਤੇ ਆਪਣੇ ਭਰਮ ਸਾਰੇ ਦੂਰ ਹੋ ਜਾਣਗੇ ਅਤੇ ਸੁਗਮ ਸੁਧ ਰਸਤੇ ਦੇ ਉੱਪਰ ਚੱਲ ਕੇ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ ਲਵਾਂਗੇ। ਸਵਨ ਸੰਗ ਮਮ ਬੰਦਨਾ ਸੁਨੋ ਕ੍ਰੋਧ ਨੈ ਧਾਰ। ਫਿਰ ਸਭ ਦੇ ਚਰਨਾਂ ਦੇ ਵਿੱਚ ਕਵੀ ਜੀ ਬੜੀ ਨਿਮਰਤਾ ਦੇ ਨਾਲ ਨਮਸਕਾਰ ਕਰਦੇ ਆ, ਬੰਦਨਾ ਕਰਦੇ ਹਨ ਕਿ ਸਭਨਾਂ ਦੇ ਚਰਨਾਂ ਦੇ ਵਿੱਚ ਮੇਰੀ ਨਮਸਕਾਰ ਹੈ। ਜਹਾਂ ਭੂਲ ਮੋਤੇ ਪਰੀ ਪਠੀਏ ਆਪ ਸੁਧਾਰ। ਬੜੀ ਨਿਮਰਤਾ ਦੇ ਨਾਲ ਭਾਈ ਸੰਤੋਖ ਸਿੰਘ ਜੀ ਪੰਜਵੀਂ ਰੁੱਤ ਸੰਪੂਰਨ ਕਰਦੇ ਹੋਏ ਕਹਿੰਦੇ ਹਨ ਕਿ ਦੇਖੋ ਇਹ ਸਰੋਤਾ ਜਨੋ, ਇਹ ਵਿਦਵਾਨ ਜਨੋ, ਜੇਕਰ ਮੇਰੇ ਤੋਂ ਇਹ ਗੁਰੂ ਮਹਾਰਾਜ ਜੀਆਂ ਦਾ ਜਸ ਲਿਖਦੇ ਹੋਏ ਕੋਈ ਭੁੱਲ ਚੁੱਕ ਹੋ ਗਈ ਹੈ ਨਾ, ਕੋਈ ਸ਼ਬਦ ਵੱਧ ਘੱਟ ਲਿਖੇ ਗਏ ਹਨ, ਤੇ ਤੁਸੀਂ ਆਪ ਹੀ ਇਹ ਗੁਰਸਿੱਖੋ ਇਸ ਨੂੰ ਸੁਧਾਰ ਕੇ ਪੜ੍ਹਨਾ ਕਰੋ। ਗਿਰਾ ਕਰਨ ਆਪਣੀ ਸਫਲ ਜੁਗ ਲੋਕਨ ਸੁਖ ਹੇਤ। ਆਪਣੀ ਹੋਈ ਲਿਖੀ ਹੋਈ ਰਚਨਾ ਇਸ ਨੂੰ ਮੈਂ ਸਫਲ ਕਰਨ ਦੇ ਵਾਸਤੇ ਹੁਣ ਗੁਰੂ ਮਹਾਰਾਜ ਜੀਆਂ ਦਾ ਜਸ ਅੰਕਿਤ ਕੀਤਾ ਹੈ। ਗੁਰੂ ਕਥਾ ਵਰਣਨ ਕਰੀ ਚਾਰ ਪਦਾਰਥ ਦੇਤ। ਬੜੇ ਪਿਆਰ ਦੇ ਨਾਲ ਕਵੀ ਜੀ ਕਹਿੰਦੇ ਕਿ ਮੈਂ ਗੁਰੂ ਮਹਾਰਾਜ ਜੀਆਂ ਦਾ ਜਸ ਛੰਦਾਬੰਦੀ ਦੇ ਵਿੱਚ ਵਰਣਨ ਕੀਤਾ ਹੈ, ਅੰਕਿਤ ਕੀਤਾ ਹੈ। ਜੋ ਗੁਰੂ ਕਾ ਜਸ ਚਾਰੇ ਪਦਾਰਥਾਂ ਨੂੰ ਦੇਣ ਵਾਲਾ ਹੈ। ਜੀਵਤ ਜਗ ਮੇ ਸੁਖ ਦਏ ਬਾਚਦ ਪ੍ਰਾਪਤ ਕੀਨ। ਔਰ ਗੁਰੂ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ, ਇਸ ਸਰੀਰ ਦੇ ਹੁੰਦਿਆਂ ਹੋਇਆਂ ਸਾਨੂੰ ਸਾਰੇ ਸੁੱਖ ਬਖਸ਼ ਦਿੱਤੇ ਹਨ। ਹਿਰਦੇ ਪਰੋਸ ਪਰ ਲੋਕ ਕਹੋਏ ਸਹਾਨ ਪਰਬੀਨ। ਫੇਰ ਕਵੀ ਜੀ ਕਹਿੰਦੇ ਕਿ ਮੇਰੇ ਹਿਰਦੇ ਦੇ ਵਿੱਚ ਪਰਲੋਕ ਦੇ ਸੁੱਖ ਦੇ ਵਾਸਤੇ ਵੀ ਬੜੀ ਚਾਹਨਾ ਹੈ, ਇੱਛਾ ਹੈ ਅਤੇ ਗੁਰੂ ਮਹਾਰਾਜ ਜੀਆਂ ਦੇ ਉੱਪਰ ਭਰੋਸਾ ਹੈ ਕਿ ਗੁਰੂ ਮਹਾਰਾਜ ਜ਼ਰੂਰ ਇਸ ਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਮੇਰੇ ਸਹਾਈ ਹੋਣਗੇ। ਦੋਹਰਾ ਸ੍ਰੀ ਗੁਰੂ ਚਰਨ ਸਰੋਜ ਕੋ ਸਮਝਾਜ ਕੇ ਪਾਏ। ਫਿਰ ਅੱਗੇ ਛੇਵੀਂ ਕਥਾ ਦਾ ਆਰੰਭ ਕਰਦੇ ਹੋਏ ਸਤਿਗੁਰੂ ਮਹਾਰਾਜ ਛੇਵੀਂ ਰੁੱਤ ਦਾ ਆਰੰਭ ਕਰਦੇ ਹੋਏ ਕਵੀ ਸੰਤੋਖ ਸਿੰਘ ਜੀ ਗੁਰੂ ਮਹਾਰਾਜ ਜੀਆਂ ਦਾ ਜਸ ਕਰਦੇ ਹਨ ਕਿ 10 ਸਤਿਗੁਰੂ ਮਹਾਰਾਜ ਜੀਆਂ ਦੇ ਚਰਨ ਹਨ, ਉਹਨਾਂ ਨੂੰ ਮੈਂ ਮਨਾਉਣਾ ਕਰਦਾ ਹਾਂ ਜੋ ਜਹਾਜ਼ ਦੇ ਸਮਾਨ ਹੈ। ਜਿਸ ਤਰ੍ਹਾਂ ਜਹਾਜ਼ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ, ਗੁਰੂ ਮਹਾਰਾਜ ਜੀਆਂ ਦੇ ਚਰਨ ਕਮਲਾਂ ਦੇ ਨਾਲ ਜੁੜਨ ਵਾਲਾ ਵੀ ਇਸ ਭਵਜਲ ਤੋਂ, ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਬਿਗਨ ਉਦਤ ਤੇ ਪਾਰ ਪਾ ਤਿਆਵਦ ਸਹਿਜ ਸੁਭਾਏ। ਤੇ ਕਵੀ ਜੀ ਕਹਿੰਦੇ ਹਨ ਕਿ ਸਤਿਗੁਰਾਂ ਨੇ ਮੇਰੀ ਇਸ ਕਥਾ ਦੀ ਰਚਨਾ ਦੇ ਵਿੱਚ ਆਉਣ ਵਾਲੇ ਵਿਘਨ, ਇਹ ਕਵੀ ਜੀ ਕਹਿੰਦੇ ਕਿ ਗੁਰੂ ਮਹਾਰਾਜ ਜੀਆਂ ਨੇ ਦੂਰ ਕੀਤੇ ਹਨ। ਜੋ ਇੱਥੋਂ ਤੱਕ ਕਥਾ ਰਚਨਾ ਕੀਤੀ ਹੈ, ਇਸ ਦੇ ਵਿੱਚ ਆਉਣ ਵਾਲੇ ਵਿਘਨ ਉਹ ਸਤਿਗੁਰੂ ਮਹਾਰਾਜ ਜੀਆਂ ਨੇ ਸਾਰੇ ਦੂਰ ਕਰ ਦਿੱਤੇ। ਸ੍ਰੀ ਨਾਨਕ ਅੰਗਦ ਗੁਰੂ ਤ੍ਰਿਤੀ ਚਤੁਰਥ ਰੂਪ। ਫਿਰ ਅੱਗੇ ਕਵੀ ਜੀ ਹੁਣ ਛੇਵੀਂ ਰੁੱਤ ਦਾ ਆਰੰਭ ਕਰਦੇ ਹੋਏ 10 ਸਤਿਗੁਰਾਂ ਦਾ ਮੰਗਲ ਕਰਦੇ ਹਨ। ਜਿਸ 10 ਸਤਿਗੁਰਾਂ ਦਾ ਮੰਗਲ ਕਰਦੇ ਹੋਏ ਇਹ ਨਮਸਕਾਰ ਕਰਦੇ ਆ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ
ਮੈਂ ਦੋਨੇ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ। ਪੰਚਮ ਖਸ਼ਟਮ ਸਪਤਮ ਅਸ਼ਟਮ ਨਵਨ ਅਨੂਪ। ਦਸਾਂ ਸਰੂਪਾਂ ਦਾ ਮੰਗਲ ਕਰਦੇ ਹੋਏ ਕਵੀ ਜੀ ਕਹਿੰਦੇ ਹਨ, ਫਿਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਹਰ ਰਾਏ ਸਾਹਿਬ ਜੀ ਮਹਾਰਾਜ ਅਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਮੈਂ ਨਮਸਕਾਰ ਕਰਦਾ ਹਾਂ। ਗੁਰੂ ਗੋਬਿੰਦ ਸਿੰਘ ਦਸ਼ਮ ਪ੍ਰਭ ਜਗਤਾਰਨ ਅਵਤਾਰ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ, ਜੋ ਜਗਤ ਨੂੰ ਤਾਰਨਹਾਰੇ ਹਨ। ਇਹ ਦਸਾਂ ਹੀ ਸਰੂਪਾਂ ਦੇ ਚਰਨਾਂ ਦੇ ਵਿੱਚ ਮੈਂ ਆਪਣਾ ਮਸਤਕ ਟੇਕਦਾ ਹਾਂ ਅਤੇ ਨਮਸਕਾਰ ਕਰਦਾ ਹਾਂ। ਕਥਾ ਆਪਨੀ ਆਪ ਹੀ ਰਚੀ ਸਹਿਤ ਵਿਸਤਾਰ। ਫਿਰ ਮੇਰੀ ਬੇਨਤੀ ਹੈ ਕਿ ਆਪਣੀ ਆਪ ਹੀ ਇਹ ਕਥਾ ਸਤਿਗੁਰੂ ਤੁਸੀਂ ਮੇਰੇ ਪਾਸੋਂ ਲਿਖਵਾਉਣਾ ਕੀਤੀ ਹੈ। ਕਰਿਓ ਬਹਾਨੋ ਮੋਹਿ ਕੋ ਦਾਸ ਜਾਨ ਕਰ ਦੀਨ। ਦਸਾਂ ਪਾਤਸ਼ਾਹੀਆਂ ਦਾ ਮੰਗਲ ਕਰਦੇ ਹੋਏ ਕਵੀ ਜੀ ਕਹਿੰਦੇ ਕਿ ਇਹ ਸੱਚੇ ਪਾਤਸ਼ਾਹ ਆਪ ਨੇ ਮੈਨੂੰ ਦੀਨ ਗਰੀਬ ਦਾਸ ਜਾਣ ਕੇ, ਗਰੀਬ ਸੇਵਕ ਜਾਣ ਕੇ ਮੇਰੇ ਤੇ ਮਿਹਰ ਕਰਕੇ ਆਪਣੀ ਕਥਾ ਆਪ ਹੀ ਲਿਖਾਉਣਾ ਕੀਤੀ ਹੈ। ਕਹਾ ਸ਼ਕਤ ਨਰ ਤਨ ਵਿਖੈ ਸੰਚਨ ਕਰੇ ਪਰਬੀਨ। ਫਿਰ ਸਰੋਤਿਆਂ ਦੇ ਪਾਸ ਇਹ ਦੱਸਣਾ ਕਰਦੇ ਹਨ ਕਿ ਇਹ ਸਰੋਤਾ ਜਨੋ, ਮੇਰੇ ਮਨੁੱਖਾ ਸਰੀਰ ਦੇ ਵਿੱਚ ਇਹ ਕਿੱਥੇ ਤਾਕਤ ਸੀ ਕਿ ਮੈਂ ਗੁਰੂ ਮਹਾਰਾਜ ਜੀਆਂ ਦਾ ਇੰਨਾ ਜਸ ਇਹ ਥਾਂ ਥਾਂ ਤੋਂ ਇਕੱਠਾ ਕਰਕੇ ਫਿਰ ਇਹ ਗੁਰੂ ਮਹਾਰਾਜ ਜੀਆਂ ਦੇ ਜਸ ਦਾ ਗ੍ਰੰਥ ਤਿਆਰ ਕਰ ਸਕਾਂ। ਸਭ ਇੱਛਾ ਪੂਰਨ ਕਰੀ ਹਲਦ ਵਿਖੇ ਸੁਖ ਦੀਨ। ਸਤਿਗੁਰਾਂ ਆਪ ਹੀ ਕਿਰਪਾ ਕੀਤੀ, ਮੇਰੀ ਸਾਰੀ ਇੱਛਾ ਪੂਰਨ ਕੀਤੀ ਔਰ ਲੋਕ ਪਰਲੋਕ ਦੇ ਸੁਖ ਬਖਸ਼ਣਾ ਕੀਤੇ। ਹਿਰਦੇ ਭਰੋਸਾ ਪਲਤ ਮੈਂ ਕਰੇ ਕਟ ਸਭ ਛੀਨ। ਪਰਲੋਕ ਦਾ ਵੀ ਭਰੋਸਾ ਮਨ ਦੇ ਵਿੱਚ ਹੈ ਕਿ ਸਤਿਗੁਰਾਂ ਨੇ ਸਾਰੇ ਪਰਲੋਕ ਦੇ ਦੁੱਖ ਵੀ ਦੂਰ ਕਰ ਦੇਣੇ ਹਨ। ਇਮ ਉਪਦੇਸ ਸਤਿਗੁਰੂ ਜਿਮ ਸਿੰਘਨ ਕਲਿਆਣ। ਅੱਗੇ ਦਸਾਂ ਪਾਤਸ਼ਾਹੀਆਂ ਜੀ ਦਾ ਮੰਗਲ ਕਰਕੇ ਬੇਨਤੀ ਕਰਕੇ ਕਵੀ ਜੀ ਅੱਗੇ ਕਥਾ ਆਰੰਭ ਕਰਦੇ ਹਨ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਹੋਏ ਸਿੱਖ ਸੰਗਤਾਂ ਨੂੰ ਇਸ ਤਰ੍ਹਾਂ ਦਾ ਉਪਦੇਸ਼ ਦਿੰਦੇ ਹਨ, ਬਖਸ਼ਦੇ ਹਨ ਕਿ ਜਿਸ ਉਪਦੇਸ਼ ਦੇ ਨਾਲ ਸਿੱਖ ਸੰਗਤਾਂ ਦਾ ਉਧਾਰ ਸਹਿਜੇ ਹੀ ਹੋ ਜਾਵੇ। ਉਮਗਿਓ ਔਰ ਅਨਰਾਗ ਜਿਨ ਦਇ ਅਗਰ ਗੁਰ ਪ੍ਰਾਨ। ਕਵੀ ਜੀ ਲਿਖਣਾ ਕਰਦੇ ਹਨ ਕਿ ਜਿਨ੍ਹਾਂ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਇਹ ਗੁਰੂ ਕੇ ਪ੍ਰਤੀ ਬੜਾ ਪ੍ਰੇਮ ਪੈਦਾ ਹੋ ਗਿਆ, ਅਥਾਹ ਪ੍ਰੇਮ ਪੈਦਾ ਹੋ ਗਿਆ, ਔਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇਹ ਬੜਾ ਪਿਆਰ ਪੈਦਾ ਹੋਇਆ, ਉਹਨਾਂ ਨੇ ਤੇ ਅੱਗੇ ਹੋ ਕੇ ਗੁਰੂ ਮਹਾਰਾਜ ਜੀਆਂ ਦੇ ਅੱਗੇ ਹੋ ਕੇ ਆਪਣੇ ਪ੍ਰਾਣ ਵੀ ਨਿਸ਼ਾਵਰ ਕਰ ਦਿੱਤੇ। ਜਾਣੇ ਗੁਰੂ ਮਹਾਰਾਜ ਜੀਆਂ ਦਾ ਪਹਾੜੀਆਂ ਅਤੇ ਤੁਰਕਾਂ ਦੇ ਨਾਲ ਕਈ ਵਾਰ ਜੰਗ ਹੋਇਆ, ਔਰ ਇਸ ਜੰਗ ਦੇ ਵਿੱਚ ਸਤਿਗੁਰਾਂ ਦੇ ਨਾਲ ਅਥਾਹ ਪਿਆਰ ਰੱਖਣ ਵਾਲੇ ਗੁਰਸਿੱਖ ਆਪਣੇ ਪ੍ਰਾਣਾਂ ਦਾ ਪਿਆਰ ਛੱਡ ਕੇ ਗੁਰੂ ਦਾ ਪਿਆਰ ਜਾਣ ਕੇ ਜੰਗ ਦੇ ਵਿੱਚ ਅੱਗੇ ਹੋ ਕੇ ਆਪਣੇ ਪ੍ਰਾਣ ਵੀ ਨਿਸ਼ਾਵਰ ਕਰ ਦਿੰਦੇ ਹਨ। ਪਠੇ ਦੂਤ ਗਿਰਪਤ ਨਿਜੇ ਸਾਜ ਕੀ ਝੂਠ ਸੁਨਾਏ। ਉਧਰ ਪਹਾੜੀ ਰਾਜਿਆਂ ਦੀ ਵਾਰਤਾ ਕਵੀ ਜੀ ਲਿਖਣਾ ਕਰਦੇ ਹਨ ਕਿ ਪਹਾੜੀ ਰਾਜਿਆਂ ਨੇ ਗੁਰੂ ਕਾ ਜਸ ਨਾ ਸਹਾਰਦੇ ਹੋਏ ਉਹਨਾਂ ਨੇ ਆਪਣੇ ਦੂਤ ਉਧਰ ਦਿੱਲੀ ਬਾਦਸ਼ਾਹ ਦੇ ਪਾਸ ਭੇਜਣਾ ਕੀਤੇ, ਔਰ ਵੱਡੇ ਵੱਡੇ ਸੂਬਿਆਂ ਦੇ ਪਾਸ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਆਪਣੇ ਦੂਤ ਭੇਜਣਾ ਕੀਤੇ ਕਿ ਇਸ ਤਰ੍ਹਾਂ ਕਰਕੇ ਇਹਨਾਂ ਨੇ ਝੂਠੀਆਂ ਅਤੇ ਸੱਚੀਆਂ ਗੱਲਾਂ ਉੱਥੇ ਕਹੀਆਂ। ਬਾਦਸ਼ਾਹ ਦੇ ਪਾਸ ਬਹੁਤ ਸਾਰੀਆਂ ਸੱਚੀਆਂ ਗੱਲਾਂ ਕਹਿ ਦਿੱਤੀਆਂ ਗੁਰੂ ਮਹਾਰਾਜ ਜੀਆਂ ਦੀਆਂ, ਬਹੁਤ ਸਾਰੀਆਂ ਵੱਡੀਆਂ ਵੱਡੀਆਂ ਝੂਠੀਆਂ ਗੱਲਾਂ ਬਣਾ ਕੇ ਕਹਿ ਦਿੱਤੀਆਂ ਕਿ ਗੁਰੂ ਮਹਾਰਾਜ ਸਾਡੇ ਰਾਜ ਭਾਗ ਖੋਹ ਕੇ ਫਿਰ ਦਿੱਲੀ ਦੀ ਬਾਦਸ਼ਾਹੀ ਖੋਣਗੇ, ਉਹ ਆਪਣੀ ਸੈਨਾ ਤਿਆਰ ਕਰਦੇ ਹਨ। ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਝੂਠੀਆਂ ਗੱਲਾਂ ਕਹਿ ਕੇ
ਉਹ ਸ਼ਾਹੀ ਬਾਦਸ਼ਾਹੀ ਫੌਜਾਂ ਨੂੰ ਚੜਾ ਕੇ ਇਹ ਪਹਾੜੀ ਰਾਜੇ ਲੈ ਆਉਂਦੇ ਹਨ। ਸਵਾ ਲਾਖ ਸੈਨਾ ਸਹਿਤ ਤੇ ਉਮਰਾਵ ਚੜਾਏ। ਜਦ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਚੱਲਿਆ, ਉਹਨਾਂ ਨੇ ਪਹਾੜੀਆਂ ਦੀਆਂ ਗੱਲਾਂ ਨੂੰ ਸੱਚੀਆਂ ਮੰਨ ਕੇ ਤੇ ਇੱਕ ਆਪਣਾ ਵੱਡਾ ਉਮਰਾਵ, ਉਹ ਸਾਧ ਸੰਗਤ ਵੱਡਾ ਅਹਿਲਕਾਰ 1 ਲੱਖ ਦੀ ਗਿਣਤੀ ਦੇ ਵਿੱਚ ਫੌਜ ਦੇ ਕੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲ ਭੇਜ ਦਿੰਦਾ ਹੈ। ਚੌਪਈ ਸਹਿੰਦੇ ਖਾਂ ਪਠਾਨ ਚੜ ਆਇਓ। ਇੱਕ ਪਠਾਨ ਸਹਿੰਦੇ ਖਾਂ ਨਾਮ ਕਰਕੇ ਉਹ ਬਾਦਸ਼ਾਹ ਵੱਲੋਂ ਭੇਜਿਆ ਹੋਇਆ ਬਹੁਤ ਸਾਰੀ ਫੌਜ ਨੂੰ ਲੈ ਕੇ ਇਹ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲ ਰਵਾਨਾ ਹੋ ਜਾਂਦਾ ਹੈ। ਚਾਹੇ ਗੁਰੂ ਸੰਗ ਜੁਦ ਮਚਾਇਓ। ਉਹ ਗੁਰੂ ਮਹਾਰਾਜ ਜੀਆਂ ਦੇ ਨਾਲ ਜੰਗ ਕਰਕੇ ਫਤਿਹ ਪ੍ਰਾਪਤ ਕਰਨਾ ਚਾਹੁੰਦਾ ਹੈ। ਉਤਰੀ ਆਨ ਥਨੇਸਰ ਨਗਰੀ। ਤਾਂ ਥਨੇਸ਼ਰ ਨਗਰੀ ਦੇ ਵਿੱਚ ਇਹਨਾਂ ਬਾਦਸ਼ਾਹ ਦੀਆਂ ਫੌਜਾਂ ਜੋ ਮੁਗਲ ਤੁਰਕ ਆਏ ਸਨ, ਇਹ ਸਾਰੀ ਦੀ ਸਾਰੀ ਬਾਦਸ਼ਾਹ ਫੌਜ ਇਹ ਇਸ ਸਥਾਨ ਤੇ ਥਨੇਸਰ ਦੇ ਸਥਾਨ ਤੇ ਪਹੁੰਚ ਜਾਂਦੇ ਹਨ। ਤੁਰਕਨ ਚਮੁੰਗ ਸਨਦ ਬਦ ਸਗਰੀ। ਇਹ ਜਿਹੜੀ ਤੁਰਕਾਂ ਦੀ ਫੌਜ ਚੜ੍ਹ ਕੇ ਆਈ ਹੋਈ ਸੀ, ਸਾਰੇ ਸਨਦਬੱਧ ਸਨ, ਜਾਣੇ ਸਾਰੇ ਦੇ ਸਾਰੇ ਸ਼ਸਤਰਧਾਰੀ ਸਨ। ਸਾਰਿਆਂ ਨੇ ਆਪਣੇ ਸਰੀਰ ਦੇ ਉੱਪਰ ਯੁੱਧ ਵਾਲੇ ਜੰਗਾਂ ਯੁੱਧਾਂ ਵਾਲੇ ਬਸਤਰ ਅਤੇ ਸ਼ਸਤਰ ਧਾਰਨ ਕੀਤੇ ਹੋਏ ਸਨ। ਇਤ ਗੁਰ ਕਰਤੇ ਹਟੇ ਮਸੰਦ। ਇਧਰ ਤੇ ਇਹ ਵਾਰਤਾ ਹੈ ਕਿ ਥਨੇਸਰ ਨਗਰੀ ਦੇ ਵਿੱਚ ਹੁਣ ਬਾਦਸ਼ਾਹੀ ਫੌਜ ਇਹ ਪਹੁੰਚ ਚੁੱਕੀ ਹੈ। ਜੋ ਪਹਾੜੀ ਰਾਜਿਆਂ ਨੇ ਇਹ ਝੂਠੀਆਂ ਸੱਚੀਆਂ ਗੱਲਾਂ ਕਰਕੇ ਬਾਦਸ਼ਾਹ ਦੇ ਪਾਸੋਂ ਫੌਜ ਮੰਗਵਾਈ ਸੀ ਕਿ ਅਸੀਂ ਤੇ ਗੁਰੂ ਮਹਾਰਾਜ ਨਾਲ ਜੰਗ ਕਰ ਕਰਕੇ ਹਾਰ ਚੁੱਕੇ ਹਾਂ, ਕਿਉਂਕਿ ਪਹਾੜੀ ਰਾਜਿਆਂ ਨੇ ਪਹਿਲੇ ਕਈ ਵਾਰ ਜੰਗ ਕੀਤੇ ਸਨ, ਪਰ ਹਰ ਜੰਗ ਦੇ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ। ਹਰ ਜੰਗ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਆਪਣੇ ਵੱਡੇ ਵੱਡੇ ਯੋਧੇ ਸੂਰਮਿਆਂ ਨੂੰ ਮਰਵਾ ਕੇ ਫਿਰ ਇਹ ਪਹਾੜੀ ਰਾਜੇ ਵਾਪਸ ਆਪਣੀਆਂ ਰਿਆਸਤਾਂ ਦੇ ਵਿੱਚ ਆ ਕੇ ਬੈਠ ਜਾਂਦੇ। ਉੱਥੇ ਬੈਠੇ ਰੋਂਦੇ ਪਛਤਾਉਂਦੇ ਰਹਿੰਦੇ ਸਨ। ਪਰ ਇਹਨਾਂ ਦੇ ਮਨ ਦੇ ਵਿੱਚ ਇਸ ਗੱਲ ਦੀ ਵਿਚਾਰ ਕਦੇ ਨਹੀਂ ਆਉਂਦੀ ਕਿ ਗੁਰੂ ਮਹਾਰਾਜ ਪਰਮੇਸ਼ਵਰ ਦਾ ਅਵਤਾਰ ਹਨ, ਉਹਨਾਂ ਨਾਲ ਆਪਾਂ ਮੱਥਾ ਨਹੀਂ ਲਾ ਸਕਦੇ। ਭਾਵੇਂ ਕੋਈ ਇਹਨਾਂ ਪਹਾੜੀਆਂ ਦੇ ਵਜ਼ੀਰ ਆਦਿ ਇਹ ਆ ਕੇ ਦੱਸਦੇ ਕਿ ਗੁਰੂ ਮਹਾਰਾਜ ਜੀਆਂ ਦੇ ਨਾਲ ਟੱਕਰ ਲਾਉਣਾ ਆਪਣੇ ਆਪ ਦਾ ਨਾਸ ਕਰਵਾਉਣਾ ਹੈ, ਫਿਰ ਜਿਹੜਾ ਉਹਨਾਂ ਦੀ ਫੌਜ ਸੈਨਾ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਕਰਦੇ ਜਾਂ ਤੇ ਸਾਧ ਸੰਗਤ ਉਹਨਾਂ ਨੂੰ ਇਹ ਮਰਵਾਉਣ ਤੱਕ ਜਾਂਦੇ, ਸਜ਼ਾਵਾਂ ਦਿੰਦੇ, ਜਾਂ ਕਹਿ ਦਿੰਦੇ ਵੀ ਇਹ ਤੇ ਬੇਵਕੂਫ ਹੈ, ਇਹ ਤੇ ਆਪਣੇ ਦੁਸ਼ਮਣਾਂ ਦੀ ਵਡਿਆਈ ਕਰਦਾ ਹੈ, ਇਹ ਕਹਿ ਕੇ ਟਾਲ ਦਿੰਦੀ। ਪਰ ਉਹਨਾਂ ਦੇ ਮਨ ਦੇ ਵਿੱਚ ਕਦੇ ਵੀ ਇਹ ਨਹੀਂ ਆਇਆ ਕਿ ਸਤਿਗੁਰੂ ਗੁਰੂ ਪਰਮੇਸ਼ਵਰ ਦਾ ਅਵਤਾਰ ਹੈ। ਇੰਨੇ ਵਾਰ ਜੰਗ ਕਰਕੇ ਆਪਾਂ ਹਾਰ ਖਾ ਕੇ ਯੋਧੇ ਮਰਵਾ ਕੇ ਵਾਪਸ ਆ ਗਏ ਹਾਂ, ਹੁਣ ਤੇ ਆਪਾਂ ਗੁਰੂ ਮਹਾਰਾਜ ਜੀਆਂ ਦੇ ਨਾਲ ਜੰਗ ਯੁੱਧ ਨਾ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਦੇ ਨਾਲ ਬਾਦਸ਼ਾਹ ਸ਼ਾਹਜਹਾਂ ਨੇ 4 ਜੰਗ ਕੀਤੇ, ਪਰ ਚਾਰੇ ਜੰਗਾਂ ਦੇ ਵਿੱਚ ਜਦ ਉਹਨੂੰ ਮੂੰਹ ਦੀ ਖਾਣੀ ਪਈ, ਉਹਨੂੰ ਹਾਰ ਕੇ ਵਾਪਸ ਆਉਣਾ ਪਿਆ, ਆਪਣੇ ਅਹਿਲਕਾਰ ਵੱਡੇ ਵੱਡੇ ਯੋਧੇ ਸੂਰਮੇ ਮਰਵਾ ਕੇ ਵਾਪਸ ਆਉਣਾ ਪਿਆ, ਤਾਂ ਉਹ ਬਾਦਸ਼ਾਹ ਸ਼ਾਹਜਹਾਂ ਤੇ ਉਸ ਨੂੰ ਇਸ ਗੱਲ ਦੀ ਅਕਲ ਆ ਗਈ ਸੀ, ਸਮਝ ਆ ਗਈ ਸੀ ਕਿ ਗੁਰੂ ਮਹਾਰਾਜ ਹਰੀ ਪਰਮੇਸ਼ਵਰ ਦਾ ਅਵਤਾਰ ਹਨ। ਕਿਸੇ ਵੀ ਤਰ੍ਹਾਂ ਮੈਂ ਉਹਨਾਂ ਦੇ ਨਾਲ ਜੰਗ ਕਰਕੇ ਪੂਰੀ ਨਹੀਂ ਪਾ ਸਕਦਾ। ਤਾਂ ਚੌਥਾ ਜੰਗ ਜਦ ਸ਼ਾਹਜਹਾਂ ਬਾਦਸ਼ਾਹ ਦਾ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਹੋਇਆ, ਤਾਂ ਇਸ ਦੇ ਵਿੱਚ ਵੀ ਹਾਰ ਦਾ ਮੂੰਹ ਦੇਖਣਾ ਪਿਆ। ਤਾਂ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਭਰੀ ਕਚਹਿਰੀ ਦੇ ਵਿੱਚ ਲੱਗੇ ਦਰਬਾਰ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਵੱਲ ਆਪਣਾ ਮੂੰਹ ਕਰਕੇ ਹੱਥ ਜੋੜ ਕੇ ਉਤੋਂ ਹੀ ਸਿਜਦਾ ਕਰ ਦਿੱਤਾ, ਨਮਸਕਾਰ ਕਰ ਦਿੱਤੀ ਜਾਣੇ, ਕਹਿ ਦਿੱਤਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਹਰੀ ਪਰਮੇਸ਼ਵਰ ਅੱਲਾਹ ਤਾਲਾ ਦੇ ਅਵਤਾਰ ਹੋ।
ਮੈਂ ਅੱਗੇ ਨੂੰ ਤੁਹਾਡੇ ਨਾਲ ਕਦੇ ਵੀ ਜੰਗ ਯੁੱਧ ਨਹੀਂ ਕਰਾਂਗਾ। ਔਰ ਉਸੇ ਟਾਈਮ ਮੱਥਾ ਟੇਕ ਦਿੱਤਾ ਤੇ ਅੱਗੇ ਨੂੰ ਬਾਦਸ਼ਾਹ ਸ਼ਾਹਜਹਾਂ ਨੇ 4 ਜੰਗਾਂ ਤੋਂ ਬਾਅਦ ਕੋਈ ਵੀ ਜੰਗ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਨਹੀਂ ਕੀਤਾ। ਤਾਂ ਇੱਧਰ ਪਹਾੜੀ ਰਾਜੇ ਇਹਨਾਂ ਨੇ ਬਹੁਤ ਦਫਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਨਾਲ ਜੰਗ ਯੁੱਧ ਕੀਤੇ। ਹਰ ਵਾਰ ਆਪਣੀ ਬਹੁਤ ਸਾਰੀ ਸੈਨਾ ਨੂੰ ਮਰਵਾ ਕੇ, ਬਹੁਤ ਵੱਡੇ ਵੱਡੇ ਯੋਧੇ ਸੂਰਮੇ ਮਰਵਾ ਕੇ ਇਹ ਫਿਰ ਵਾਪਸ ਆ ਜਾਂਦੇ। ਪਰ ਇਹਨਾਂ ਦੇ ਮਨ ਦੇ ਵਿੱਚ ਅਜੇ ਵੀ ਵਿਸ਼ਵਾਸ ਨਹੀਂ ਹੋਇਆ ਕਿ ਗੁਰੂ ਮਹਾਰਾਜ ਜੀ ਸਰਵ ਕਲਾ ਸਮਰੱਥ ਹਨ, ਸਰਵ ਸ਼ਕਤੀਆਂ ਦੇ ਸੰਪੰਨ ਹਨ, ਔਰ ਅਸੀਂ ਕਿਸੇ ਵੀ ਤਰ੍ਹਾਂ ਜੰਗ ਯੁੱਧ ਕਰਕੇ ਉਹਨਾਂ ਦੇ ਨਾਲ ਪੂਰੇ ਨਹੀਂ ਉਤਰ ਸਕਦੇ। ਇਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਹੀ ਨਹੀਂ। ਆਪਣੇ ਯੋਧੇ ਸੂਰਮੇ ਮਰਵਾ ਕੇ ਫਿਰ ਸੋਚਦੇ ਸਨ ਕਿ ਹੁਣ ਤੇ ਗੁਰੂ ਮਹਾਰਾਜ ਪਾਸ ਥੋੜ੍ਹੀ ਸੈਨਾ ਹੈ, ਆਪਾਂ ਬਾਦਸ਼ਾਹ ਦੀ ਸੈਨਾ ਨੂੰ ਬੁਲਵਾਵਾਂਗੇ ਔਰ ਗੁਰੂ ਮਹਾਰਾਜ ਜੀਆਂ 'ਤੇ ਫਤਿਹ ਪ੍ਰਾਪਤ ਕਰਾਂਗੇ, ਜਿੱਤ ਪ੍ਰਾਪਤ ਕਰਾਂਗੇ। ਇੱਧਰ ਇਹ ਪਹਾੜੀ ਰਾਜੇ ਹੁਣ ਸਹਿੰਦੇ ਖਾਂ ਦੀ ਸਰਪ੍ਰਸਤੀ ਦੇ ਹੇਠ ਬਹੁਤ ਸਾਰੀ ਤੁਰਕਾਂ ਮੁਗਲਾਂ ਦੀ ਸੈਨਾ ਬੁਲਵਾ ਲੈਂਦੇ ਹਨ, ਜਿਨ੍ਹਾਂ ਦੇ ਨਾਲ ਮਿਲ ਕੇ ਥਨੇਸਰ ਨਗਰੀ ਦੇ ਵਿੱਚ ਠਹਿਰੇ ਹੋਏ ਇਹ ਹੁਣ ਗੁਰੂ ਮਹਾਰਾਜ ਜੀਆਂ 'ਤੇ ਹਮਲਾ ਕਰਨ ਦੇ ਲਈ ਤਿਆਰ ਹੋ ਜਾਂਦੇ ਹਨ। ਬੈਠੇ ਤਨ ਸੰਗਤ ਬੰਦ। ਔਰ ਇੱਧਰਲੇ ਪਾਸੇ ਇਹ ਤਿਆਰੀਆਂ ਹਨ ਜੰਗਾਂ ਯੁੱਧਾਂ ਦੇ ਵਾਸਤੇ। ਦੂਸਰੀ ਸਾਈਡ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਯੋਧੇ ਸੂਰਮਿਆਂ ਦੇ ਵਿੱਚ ਨਾਮ ਬਾਣੀ ਦਾ ਉਪਦੇਸ਼ ਦੇ ਰਹੇ ਹਨ ਔਰ ਆਪਣੇ ਗੁਰਸਿੱਖਾਂ ਨੂੰ, ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ। ਤਾਂ ਇਸ ਸਥਾਨ 'ਤੇ ਗੁਰੂ ਮਹਾਰਾਜ ਜੀਆਂ ਨੇ ਹੁਣ ਆਪਣੀ ਸਿੱਖ ਸੰਗਤਾਂ ਦੇ ਵਿੱਚੋਂ ਜੋ ਮਸੰਦ ਆਦਿ ਸਨ ਇਹਨਾਂ ਨੂੰ ਬੰਦ ਕਰ ਦਿੱਤਾ ਸੀ ਕਿ ਕੋਈ ਵੀ ਮਸੰਦ ਹੁਣ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਉੱਥੋਂ ਜੋ ਕਾਰ ਭੇਟਾ ਸੀ ਨਾ, ਦਸਵੰਧ ਦੀ ਮਾਇਆ ਗੁਰਸਿੱਖ ਕੱਢਿਆ ਕਰਦੇ ਸਨ, ਉਹ ਕੋਈ ਵੀ ਹੁਣ ਮਸੰਦ ਗੁਰਸਿੱਖਾਂ ਦੇ ਪਾਸ ਘਰਾਂ ਦੇ ਵਿੱਚ ਜਾ ਕੇ ਉਹ ਦਸਵੰਧ ਦੀ ਮਾਇਆ ਨਹੀਂ ਲੈ ਕੇ ਆਵੇਗਾ। ਸ੍ਰੀ ਗੁਰ ਕਹਿਓ ਮਸੰਦ ਨਾ ਮੇਰੇ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਇਹ ਵੀ ਹੁਕਮ ਜਾਰੀ ਕਰ ਦਿੱਤਾ ਸੀ ਕਿ ਇਹ ਜੋ ਮਸੰਦ ਹਨ ਇਹ ਮੇਰੇ ਨਹੀਂ ਹਨ। ਸਿੱਖਨ ਪਰ ਇਹ ਰਾਖਸ਼ ਹੇਰੇ। ਜੋ ਵੱਡੇ ਵੱਡੇ ਮਸੰਦ ਭਾਵੇਂ ਪਹਿਲੇ ਸਤਿਗੁਰਾਂ ਤੋਂ ਲੈ ਕੇ ਇਹ ਬੜੇ ਨੇਕ ਨੀਤੀ ਦੇ ਵਿੱਚ ਰਹਿੰਦੇ ਸਨ, ਪਰ ਅੱਗੇ 7ਵੇਂ ਪਾਤਸ਼ਾਹ ਜੀਆਂ ਤੋਂ ਬਾਅਦ ਮਸੰਦਾਂ ਦੇ ਵਿੱਚ ਖੋਟ ਪੈਦਾ ਹੋ ਗਈ ਸੀ। ਹੁਣ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਤੱਕ ਆਉਣ ਤੱਕ ਤੇ ਇਹ ਮਸੰਦ ਇੰਨੇ ਆਪਣੇ ਮਨ ਦੇ ਵਿੱਚ ਹੰਕਾਰ ਗਏ ਸਨ ਕਿ ਗੁਰੂ ਮਹਾਰਾਜ ਜੀਆਂ ਦੀ ਜੋ ਰਹੁ ਰੀਤੀ ਮਰਿਆਦਾ ਚਲਾਈ ਹੋਈ ਸੀ ਨਾ, ਸਾਰੀ ਦੀ ਸਾਰੀ ਨੂੰ ਛੱਡ ਕੇ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਧੱਕੇ ਦੇ ਨਾਲ ਉੱਥੋਂ ਮਾਇਆ ਲੈ ਕੇ ਆਉਂਦੇ, ਧੱਕੇ ਦੇ ਨਾਲ ਮਾਇਆ ਲੈ ਕੇ ਆਉਂਦੇ, ਗਰੀਬ ਗੁਰਸਿੱਖਾਂ ਨੂੰ ਬੜਾ ਦੁਖੀ ਕਰਦੇ, ਤੰਗ ਕਰਦੇ। ਤਾਂ ਗੁਰੂ ਮਹਾਰਾਜ ਜੀਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਵੱਡੇ ਵੱਡੇ ਚੇਤੋ ਮਸੰਦ ਵਰਗਿਆਂ ਨੂੰ ਬੜੀਆਂ ਸਜ਼ਾਵਾਂ ਦਿੱਤੀਆਂ। ਤਾਂ ਹੋਰ ਜੋ ਮਸੰਦੀ ਸੀ ਇਹ ਸਾਰੀ ਦੀ ਸਾਰੀ ਖਤਮ ਕਰ ਦਿੱਤੀ ਸੀ ਕਿ ਕੋਈ ਵੀ ਮਸੰਦ ਹੁਣ ਗੁਰਸਿੱਖਾਂ ਦੇ ਘਰ ਦੇ ਵਿੱਚ ਜਾ ਕੇ ਮਾਇਆ ਨਹੀਂ ਲੈ ਕੇ ਆਵੇਗਾ, ਦਸਵੰਧ ਦੀ ਮਾਇਆ ਤਨ ਨਹੀਂ ਲੈ ਕੇ ਆਵੇਗਾ ਕੋਈ ਵੀ ਮਸੰਦ। ਸਤਿਗੁਰਾਂ ਇਹ ਵੀ ਕਹਿ ਦਿੱਤਾ ਸੀ ਕਿ ਇਹ ਮਸੰਦ ਮੇਰੇ ਨਹੀਂ ਹਨ, ਇਹ ਮੇਰੇ ਪਿਆਰੇ ਗੁਰਸਿੱਖਾਂ ਦੇ ਉੱਪਰ ਜਾ ਕੇ ਜ਼ੁਲਮ ਕਰਦੇ ਹਨ, ਇਹ ਤੇ ਗੁਰਸਿੱਖਾਂ ਦੇ ਲਈ ਜਮਦੂਤ ਜਾਂ ਰਾਖਸ਼ਾਂ ਦੇ ਤੁਲ ਹਨ। ਕਿਤਕ ਮਸੰਦ ਬੰਦ ਕਰ ਕਹਿਓ। ਤਾਂ ਜਦੋਂ ਕਾਫੀ ਲੰਮਾ ਸਮਾਂ ਬਤੀਤ ਹੋਇਆ, ਕੋਈ ਵੀ ਮਸੰਦ ਹੁਣ ਗੁਰਸਿੱਖਾਂ ਦੇ ਘਰਾਂ 'ਚ ਜਾ ਕੇ ਕਾਰ ਭੇਟਾ ਨਹੀਂ ਲਿਆ ਸਕਦਾ ਸੀ। ਇਹ ਕਾਰ ਭੇਟਾ ਦੀ ਮਾਇਆ ਦੇ ਨਾਲ ਇਹ ਮਸੰਦ ਬੜੇ ਅਮੀਰ ਹੋ ਚੁੱਕੇ ਸਨ, ਪਰ ਕਿੰਨਾ ਲੰਮਾ ਸਮਾਂ ਹੋ ਗਿਆ ਸੀ ਹੁਣ ਮਸੰਦ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਨਹੀਂ ਜਾ ਸਕਦੇ ਸੀ।
ਇਹ ਬੜੇ ਦੀਨ ਗਰੀਬ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦੇ ਹਨ। ਕਰੀ ਏਕ ਨੇ ਦੁੱਖ ਸਭ ਲਿਓ। ਮਸੰਦ ਇਕੱਠੇ ਹੋ ਕੇ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਇੱਕ ਨੇ ਗਲਤੀ ਕੀਤੀ ਹੋਈ, ਪਰ ਹੁਣ ਸਾਰੇ ਮਸੰਦ ਭੋਗ ਰਹੇ ਹਨ, ਔਰ ਦੂਜੇ ਮਸੰਦਾਂ ਦੀ ਤੇ ਕੋਈ ਗਲਤੀ ਨਹੀਂ ਸੀ। ਕਥਾ ਪ੍ਰਥਮ ਕੀ ਬਖਸ਼ਨ ਕਰੀਏ। ਫਿਰ ਮਸੰਦਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੋ ਪਹਿਲਾਂ ਦੀ ਖਤਾ ਹੋਈ, ਗੁਨਾਹ ਹੋਇਆ, ਗਲਤੀ ਹੋਈ, ਆਪ ਜੀ ਕਿਰਪਾ ਕਰਕੇ ਇਸ ਨੂੰ ਬਖਸ਼ ਲਵੋ, ਮਾਫ ਕਰ ਦੇਵੋ। ਆਪਣੇ ਜਾਨ ਦਇਆ ਉਰ ਧਰੀਏ। ਮਸੰਦਾਂ ਨੂੰ ਵੀ ਆਪਣੇ ਜਾਣ ਕੇ, ਆਪਣੇ ਸਮਝ ਕੇ ਇਹਨਾਂ ਦੇ ਉੱਪਰ ਵੀ ਦਇਆ ਰਹਿਮ ਕਰੋ ਕਿ ਇਹ ਗੁਰਸਿੱਖਾਂ ਤੋਂ ਮਾਇਆ ਅਗਰਾਉਣੀ ਸ਼ੁਰੂ ਕਰ ਦੇਣ। ਅਬ ਤੇ ਜੋ ਸਿੱਖ ਕੇ ਘਰ ਜਾਏ। ਬੇਨਤੀਆਂ ਕਰਦੇ ਹਨ ਸੱਚੇ ਪਾਤਸ਼ਾਹ, ਹੁਣ ਤੋਂ ਜੋ ਵੀ ਮਸੰਦ ਗੁਰੂ ਘਰ ਦੇ ਵਿੱਚ ਜਾਵੇ, ਗੁਰੂ ਘਰ ਦੇ ਵੱਲੋਂ ਗੁਰਸਿੱਖਾਂ ਦੇ ਘਰ ਦੇ ਵਿੱਚ ਜਾਵੇਗਾ, ਖੁਸ਼ੀ ਹੋਏ ਦੇਸੋ ਹਮ ਲਿਆਏ। ਔਰ ਪਿਛਲੀ ਗਲਤੀ ਸਾਡੀ ਮਾਫ ਕਰੋ। ਹੁਣ ਅਸੀਂ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਜੋ ਕਾਰ ਭੇਟਾ ਲੈ ਕੇ ਆਇਆ ਕਰਾਂਗੇ ਨਾ, ਤੋ ਜੋ ਖੁਸ਼ੀ ਦੇ ਨਾਲ ਗੁਰਸਿੱਖ ਖੁਸ਼ ਹੋ ਕੇ ਕਾਰ ਭੇਟਾ ਦਿਆ ਕਰਨਗੇ, ਅਸੀਂ ਕੇਵਲ ਤੇ ਕੇਵਲ ਉਹੀ ਲੈ ਕੇ ਆਇਆ ਕਰਾਂਗੇ। ਸਗਰੇ ਮਾਰੇ ਏਕ ਪਿਛਾਰੀ। ਫਿਰ ਬਾਰ-ਬਾਰ ਤਰਲੇ ਕਰਦੇ ਹਨ, ਮਿੰਨਤਾਂ ਕਰਦੇ ਹਨ, ਸੱਚੇ ਪਾਤਸ਼ਾਹ ਇੱਕ ਦੀ ਗਲਤੀ ਦੇ ਪਿੱਛੇ ਅਸੀਂ ਸਾਰੇ ਮਾਰੇ ਗਏ, ਸਾਰੇ ਜੋ ਕਾਰ ਭੇਟਾ ਲਿਆਉਣ ਤੋਂ ਬੰਦ ਹੋ ਗਏ। ਅਬ ਵਰਤੈ ਗੁਰ ਬਚ ਅਨਸਾਰੀ। ਔਰ ਹੁਣ ਤੋਂ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਅਸੀਂ ਗੁਰੂ ਦੇ ਬਚਨਾਂ ਅਨੁਸਾਰ ਹੀ ਚੱਲਾਂਗੇ। ਸੁਨ ਸ੍ਰੀ ਮੁਕਤੇ ਤਵੇ ਉਚਾਰਾ। ਜਦ ਬਹੁਤ ਸਾਰੇ ਮਸੰਦਾਂ ਨੇ ਇਕੱਠਿਆਂ ਹੋ ਕੇ ਬੇਨਤੀ ਕੀਤੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਇਹਨਾਂ ਦੇ ਪਰਥਾਏ ਕਹਿਣਾ ਕੀਤਾ। ਸਿੱਖ ਸਿਦਕ ਕੋ ਹੋਏ ਨਿਰਧਾਰਾ। ਤਾਂ ਸਤਿਗੁਰੂ ਕਹਿਣ ਲੱਗੇ ਵੀ ਹੁਣ ਸਿੱਖੀ ਸਿਦਕੀ ਦਾ ਨਿਰਣਾ ਹੁਣ ਹੋਵੇਗਾ ਅਗਲੇ ਸਮੇਂ ਦੇ ਵਿੱਚ। ਕਾਲ ਕਲੂ ਕੋ ਸੁਣੀਏ ਭਾਈ। ਕਿ ਇਹ ਕਲਯੁਗ ਦਾ ਜੋ ਭਿਆਨਕ ਸਮਾਂ ਅੱਗੇ ਹੋਰ ਆ ਰਿਹਾ ਹੈ ਨਾ, ਹੁਣ ਸਿੱਖੀ ਦੀ ਪਰਖ ਤੇ ਇਸ ਘੋਰ ਕਲਯੁਗ ਦੇ ਸਮੇਂ ਦੇ ਵਿੱਚ ਹੋਣੀ ਹੈ। ਦੁਸ਼ਤਰ ਜੇ ਸਿੱਖੀ ਨਿਭਾਈ। ਇਸ ਘੋਰ ਕਲਯੁਗ ਦੇ ਸਮੇਂ ਦੇ ਵਿੱਚ ਗੁਰਸਿੱਖੀ ਨਿਭਾਉਣੀ ਬੜੀ ਦੁਸ਼ਤਰ ਹੋ ਜਾਵੇਗੀ, ਬੜੀ ਮੁਸ਼ਕਲ ਹੋ ਜਾਵੇਗੀ। ਜੋ ਇਸ ਗੁਰਸਿੱਖੀ ਦੇ ਵਿੱਚ ਤਨ ਮਨ ਨੂੰ ਬਾਰ ਕੇ ਗੁਰਸਿੱਖੀ ਨਿਭਾਉਣਾ ਕਰੇਗਾ ਨਾ, ਉਹੀ ਇਸ ਗੁਰਸਿੱਖੀ ਦੀ ਕਸੌਟੀ ਤੇ ਪੂਰਾ ਉਤਰ ਸਕੇਗਾ। ਕੁਛ ਘਾਟਾ ਤਨ ਕੇ ਗੁਰ ਕਰਨੇ। ਤਾਂ ਸਤਿਗੁਰਾਂ ਐਸੇ ਬਚਨ ਸੁਣਾਏ ਕਿ ਕਲਯੁਗ ਦੇ ਸਮੇਂ ਦੇ ਵਿੱਚ ਗੁਰਸਿੱਖੀ ਸਿਦਕੀ ਦੀ ਪਰਖ ਹੋਵੇਗੀ ਤੇ ਗੁਰਸਿੱਖੀ ਨਿਭਾਉਣੀ ਬੜੀ ਮੁਸ਼ਕਲ ਹੋਵੇਗੀ। ਤਨ ਮਨ ਨੂੰ ਬਾਰਨ ਵਾਲਾ ਹੀ ਗੁਰਸਿੱਖੀ ਨੂੰ ਨਿਭਾ ਸਕੇਗਾ। ਫਿਰ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਤਰ੍ਹਾਂ ਦਾ ਵਚਨ ਕੀਤਾ। ਬਿਨ ਬੋਲੇ ਨੇ ਗਮਨੋ ਸਿੱਖ ਗਿਰੇ। ਤਾਂ ਸਤਿਗੁਰਾਂ ਨੇ ਇਹ ਵਚਨ ਕੀਤਾ ਕਿ ਭਾਈ ਗੁਰਸਿੱਖ ਜੇਕਰ ਆਪ ਬੁਲਾਵੇ ਨਾ ਬੇਨਤੀ ਕਰਕੇ ਤਾਂ ਹੀ ਤੁਸੀਂ ਗੁਰਸਿੱਖਾਂ ਦੇ ਘਰੇ ਜਾਣਾ ਹੈ। ਬਿਨਾਂ ਬੁਲਾਏ ਤੋਂ ਕਿਸੇ ਵੀ ਗੁਰਸਿੱਖ ਦੇ ਘਰੇ ਜਾ ਕੇ ਤੁਸੀਂ ਕਾਰ ਭੇਟਾ ਆਦ ਨਹੀਂ ਲੈ ਕੇ ਆਉਣੀ। ਗੁਰ ਕੋ ਹੁਕਮ ਵਿਦਤ ਪਾ ਜਬੈ। ਜਦ ਗੁਰੂ ਮਹਾਰਾਜ ਜੀਆਂ ਦਾ ਦੁਬਾਰਾ ਹੁਕਮ ਸਿੱਖ ਸੰਗਤਾਂ ਦੇ ਵਿੱਚ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਬੰਦ ਮਸੰਦ ਹੋਤ ਪੈ ਤਬੈ। ਤਾਂ ਸਾਰੇ ਦੇ ਸਾਰੇ ਮਸੰਦ ਇਸ ਮਸੰਦੀ ਤੋਂ ਬੰਦ ਹੋ ਜਾਂਦੇ ਹਨ। ਕੋਈ ਵੀ ਗੁਰਸਿੱਖਾਂ ਦੇ ਘਰ ਦੇ ਵਿੱਚ ਨਹੀਂ ਜਾ ਸਕਦਾ। ਦਰਦ ਪਇਓ ਨਹੀਂ ਕੁਝ ਪਾਵੇਂ। ਇਹ ਸਾਰੇ ਮਸੰਦ ਬੜੇ ਦੀਨ ਗਰੀਬ ਹੋ ਜਾਂਦੇ ਹਨ, ਕਿਉਂਕਿ ਦਸਵੰਧ ਦੀ ਮਾਇਆ ਦੇ ਵਿੱਚੋਂ ਧਨ ਰੱਖ ਕੇ ਇਹ ਬੜੇ ਅਮੀਰ ਹੋ ਚੁੱਕੇ ਸਨ, ਧਨਾਢ ਹੋ ਚੁੱਕੇ ਸਨ। ਪਰ ਹੁਣ ਇਹ ਜਮਾਂ ਦੀਨ ਅਤੇ ਗਰੀਬ ਹੋ ਜਾਂਦੇ ਹਨ। ਸ੍ਰੀ ਗੋਜਰੀ ਟੇਕ ਨਿਤ ਚਲ ਆਵੇਂ। ਜਦ ਇਸ ਤਰ੍ਹਾਂ ਗਰੀਬੀ ਦੀ ਹਾਲਤ ਦੇ ਵਿੱਚ ਹੋਏ ਤਾਂ ਸਤਿਗੁਰਾਂ ਦੇ ਪਾਸ ਜਦ ਇਹਨਾਂ ਦੀ ਕੋਈ ਵੀ ਪੇਸ਼ ਨਹੀਂ ਚੱਲੀ, ਫਿਰ ਇਹ ਮਾਤਾ ਗੁਜਰ ਕੌਰ ਜੀਆਂ ਦੇ ਪਾਸ ਆ ਕੇ
ਆਪਣਾ ਦੁੱਖ ਰੋਂਦੇ ਹਨ। ਅਨਕ ਪਾਂਤ ਕੀ ਬਾਤ ਸੁਣਾਵੇ, ਭਾਂਤ ਭਾਂਤ ਦੀਆਂ ਗੱਲਾਂ ਮਾਤਾ ਗੁਜਰ ਕੌਰ ਜੀਆਂ ਦੇ ਪਾਸ ਆ ਕੇ ਸੁਣਾਉਣਾ ਕਰਦੇ ਹਨ। ਕਰੇ ਫਿਰਾਦ ਕਲੇਸ਼ ਬਤਾਵੇ, ਆਪਣੀ ਫਰਿਆਦ ਕਰਦੇ ਹਨ, ਬੇਨਤੀ ਕਰਦੇ ਹਨ, ਆਪਣੇ ਹਿਰਦੇ ਦਾ ਮਨ ਦਾ ਦੁੱਖ ਮਾਤਾ ਜੀਆਂ ਦੇ ਪਾਸ ਸਾਰੇ ਮਸੰਦ ਦੱਸਦੇ ਹਨ। ਸੁਨੋ ਮਾਤ ਜੀ ਰੀਤ ਹਮੇਸ਼ਾ, ਤਾਂ ਬੇਨਤੀਆਂ ਕਰਦੇ ਹਨ ਕਿ ਮਾਤਾ ਜੀ ਤੁਸੀਂ ਸਾਡੀ ਬੇਨਤੀ ਸੁਣੋ ਕਿ ਪਹਿਲੇ ਸਮੇਂ ਤੋਂ ਹੀ ਇਹ ਰੀਤੀ ਚੱਲਦੀ ਆਈ ਹੈ ਗੁਰ ਕਰਕੇ ਤੇ ਕਾਜ ਅਸ਼ੇਸ਼ਾ, ਕਿ ਗੁਰੂ ਘਰ ਦੇ ਬਹੁਤ ਵੱਡੇ ਵੱਡੇ ਕਾਰਜ ਜੋ ਧਨ ਦੇ ਨਾਲ ਪੈਸੇ ਦੇ ਨਾਲ ਹੀ ਹੁੰਦੇ ਹਨ। ਜਬ ਕੀ ਕਰੀ ਕਾਰ ਸਭ ਬੰਦ, ਤਾਂ ਗੁਰੂ ਮਹਾਰਾਜ ਜੀਆਂ ਨੇ ਜਿਸ ਟਾਈਮ ਦੀ ਕਾਰ ਭੇਟਾ ਲਿਆਉਣੀ ਬੰਦ ਕਰ ਦਿੱਤੀ ਹੈ, ਸਨੇ ਸਨੇ ਪਰਗੇ ਸਭ ਮੰਦ, ਤਾਂ ਹੌਲੀ ਹੌਲੀ ਸਹਿਜੇ ਸਹਿਜੇ ਸਾਰੇ ਗੁਰੂ ਘਰ ਦੇ ਕਾਰਜ ਮੰਦ ਪੈਣ ਲੱਗ ਗਏ ਹਨ, ਫਿੱਕੇ ਪੈਣ ਲੱਗ ਗਏ ਹਨ। ਜੋ ਵੱਡੇ ਵੱਡੇ ਕਾਰਜ ਧਨ ਦੇ ਨਾਲ ਹੁੰਦੇ ਸਨ, ਨਹੀਂ ਆਮਦਨ ਧਨ ਕੀ ਹੋਏ, ਹੁਣ ਜੋ ਧਨ ਦੀ ਆਮਦਨ ਬੜਾ ਧਨ ਮਸੰਦ ਲੈ ਕੇ ਆਉਂਦੇ ਸਨ ਉਹ ਸਾਰਾ ਬੰਦ ਹੋ ਗਿਆ ਹੈ। ਦੇਨ ਲੈਨ ਪੁਨ ਕਿਮ ਕਰ ਹੋਏ, ਤੇ ਗੁਰੂ ਘਰ ਦੇ ਵੱਡੇ ਵੱਡੇ ਕਾਰਜ ਲੈਣ ਦੇਣ ਦੇ ਇਹ ਮਾਇਆ ਤੋਂ ਬਿਨਾ ਕਿਵੇਂ ਨਿਭ ਸਕਦੇ ਹਨ। ਮਾਤਾ ਜੀ ਦੇ ਪਾਸਿਓਂ ਬੇਨਤੀਆਂ ਕਰਦੇ ਹਨ। ਇਤ ਆਦਕ ਨਿਤ ਮਾਤਾ ਪਾਸ, ਰੋਜ਼ ਦੀ ਰੋਜ਼ ਮਾਤਾ ਗੁਜਰ ਕੌਰ ਜੀਆਂ ਦੇ ਪਾਸ ਆ ਕੇ ਮਸੰਦ ਇਸੇ ਤਰ੍ਹਾਂ ਦੀਆਂ ਬੇਨਤੀਆਂ ਫਰਿਆਦਾਂ ਕਰਦੇ ਹਨ। ਬ੍ਰਿੰਦ ਮਸੰਦ ਸੋ ਕਰੇ ਪ੍ਰਕਾਸ਼, ਔਰ ਇਸ ਤਰ੍ਹਾਂ ਦੀਆਂ ਬੇਨਤੀਆਂ ਕਰਦੇ ਹਨ ਕਿ ਗੁਰੂ ਘਰ ਦੇ ਵੱਡੇ ਵੱਡੇ ਕਾਰਜ ਮਾਇਆ ਤੋਂ ਬਿਨਾ ਕਿਵੇਂ ਸਰਨਗੇ। ਭਾਵੇਂ ਇਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਜੇਕਰ ਇਹ ਹੁਣ ਦਸਵੰਧ ਦੀ ਮਾਇਆ ਦੁਬਾਰਾ ਸ਼ੁਰੂ ਹੋ ਜਾਵੇ ਤਾਂ ਫਿਰ ਸਾਡੇ ਵੀ ਘਰ ਦੇ ਕਾਰਜ ਚੱਲ ਪੈਣਗੇ। ਕਹੇ ਤਨੋ ਕੇ ਇੱਕ ਦਿਨ ਮਾਈ, ਤਾਂ ਬਾਰ-ਬਾਰ ਜਦ ਮਸੰਦ ਬੇਨਤੀਆਂ ਕਰਦੇ ਤਾਂ ਇਹਨਾਂ ਦੇ ਕਹਿਣ ਦੇ ਅਨੁਸਾਰ ਇੱਕ ਦਿਨ ਮਾਤਾ ਗੁਜਰ ਕੌਰ ਜੀਆਂ ਨੇ ਸੋਚਿਆ ਕਿ ਮੈਂ ਗੁਰੂ ਮਹਾਰਾਜ ਜੀਆਂ ਦੇ ਪਾਸ ਇਹਨਾਂ ਦੀ ਵੀ ਬੇਨਤੀ ਕਰ ਦੇਵਾਂ। ਸੋਢੀ ਬੰਸ ਮੁਕਟ ਟਿਗ ਆਈ, ਤਾਂ ਇਹਨਾਂ ਮਸੰਦਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਮਾਤਾ ਗੁਜਰ ਕੌਰ ਜੀ ਇੱਕ ਦਿਨ ਸਮਾਂ ਦੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਇਕਾਂਤ ਦੇ ਵਿੱਚ ਆਏ। ਜੋ ਇਹਨਾਂ ਮਸੰਦਾਂ ਦੀ ਬੇਨਤੀ ਮਾਤਾ ਜੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸੋਢੀ ਬੰਸ ਮੁਕਟ ਟਿਗਾਈ, ਕਹਿਤ ਪਈ ਬੇਟਾ ਸੁਨ ਅਬੈ, ਕਿਮ ਸੰਸਾਰ ਕੋ ਕਾਰਜ ਨਿਭੈ, ਕਹਿਤ ਪਈ ਬੇਟਾ ਸੁਨ ਅਬੈ, ਕਿਮ ਸੰਸਾਰ ਕੋ ਕਾਰਜ ਨਿਭੈ। हे अच्युत पार ब्रह्म अविनाशी अघनाश,